ਹੈਲੋ ਸਟੂਡੈਂਟਸ, ਇਸ ਵੀਡੀਓ ਵਿੱਚ ਪੰਜਾਬ ਅਚੀਵਮੈਂਟ ਸਰਵੇ ਕੁਇਜ਼ ਕਲਾਸ 10th ਸਬਜੈਕਟ ਮੈਥਮੈਟਿਕਸ ਨੂੰ ਹੱਲ ਕਰਦੇ ਹਾਂ। ਸੋ ਇਸ ਕੁਇਜ਼ ਦਾ ਫਸਟ ਕੁਐਸਚਨ ਹੈ, ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਅਪਰਮੇਯ ਸੰਖਿਆ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਐਨ ਇਰੈਸ਼ਨਲ ਨੰਬਰ। ਇਸ ਦੇ ਵਿੱਚ ਬੱਚਿਓ ਸਾਡੇ ਕੋਲ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਸੈਕੰਡ ਆਪਸ਼ਨ ਹੈ ਉਹ ਸਹੀ ਹੈ। ਹੁਣ ਫਸਟ, ਥਰਡ ਅਤੇ ਫੋਰਥ ਗਲਤ ਕਿਉਂ ਹਨ? ਕਿਉਂਕਿ ਇਹ ਰੈਸ਼ਨਲ ਨੰਬਰਸ ਹਨ। ਕਿਉਂਕਿ ਜੋ ਸਕੇਅਰ ਰੂਟ 4 ਹੁੰਦਾ ਹੈ ਉਹ ਸਾਡੇ ਕੋਲ 2 ਹੁੰਦਾ ਹੈ, ਜੋ ਕਿ ਇੱਕ ਰੈਸ਼ਨਲ ਨੰਬਰ ਹੈ। ਇਸ ਤਰ੍ਹਾਂ ਹੀ ਥਰਡ ਆਪਸ਼ਨ ਦੇ ਵਿੱਚ ਸਕੇਅਰ ਰੂਟ ਜੋ 10 ਹੁੰਦਾ ਹੈ ਉਹ ਸਾਡੇ ਕੋਲ ਸਕੇਅਰ ਰੂਟ 100 ਹੁੰਦਾ ਹੈ, ਉਹ ਸਾਡੇ ਕੋਲ 10 ਹੁੰਦਾ ਹੈ। ਅਤੇ ਜੋ ਸਾਡੇ ਕੋਲ ਲਾਸਟ ਆਪਸ਼ਨ ਹੈ ਉਸ ਦਾ ਜੋ ਸਕੇਅਰ ਰੂਟ ਹੈ ਉਹ -0.8 ਹੋ ਜਾਵੇਗਾ, ਜੋ ਕਿ ਇੱਕ ਰੈਸ਼ਨਲ ਨੰਬਰ ਹੈ। ਸੋ ਇਹ ਸਾਡੇ ਕੋਲ ਤਿੰਨੋਂ ਹੀ ਰੈਸ਼ਨਲ ਨੰਬਰਸ ਹਨ। ਬਟ ਜੋ ਸਾਡੇ ਕੋਲ ਸੈਕੰਡ ਆਪਸ਼ਨ ਹੈ ਜਿਸ ਦੇ ਵਿੱਚ ਕਿ ਸਕੇਅਰ ਰੂਟ 8 ਹੈ, ਹੁਣ 8 ਦੇ ਅਗਰ ਅਸੀਂ ਫੈਕਟਰਸ ਬਣਾਉਂਦੇ ਹਾਂ, ਇਹ 2 × 2 × 2 ਬਣਦੇ ਹਨ। ਅਤੇ ਜਿਸ ਦੇ ਵਿੱਚੋਂ ਕਿ ਇੱਕ ਪੇਅਰ 2 ਦਾ ਹੋ ਗਿਆ ਤਾਂ ਇਹ 2 ਸਕੇਅਰ ਰੂਟ 2 ਰਹਿ ਜਾਂਦਾ ਹੈ, ਅਤੇ ਮਲਟੀਪਲਾਈ ਕੀਤਾ ਹੋਇਆ ਇਸ ਨੂੰ 3 ਦੇ ਨਾਲ। ਸੋ ਇਹ ਸਾਡੇ ਕੋਲ ਆ ਗਿਆ 6 ਸਕੇਅਰ ਰੂਟ 2, ਅਤੇ ਸਕੇਅਰ ਰੂਟ 2 ਇੱਕ ਸਾਡੇ ਕੋਲ ਈਰੈਸ਼ਨਲ ਨੰਬਰ ਹੁੰਦੀ ਹੈ। ਅਤੇ ਈਰੈਸ਼ਨਲ ਨੰਬਰ ਨੂੰ ਜਦੋਂ ਅਸੀਂ ਰੈਸ਼ਨਲ ਨੰਬਰ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਜੋ ਸਾਡੇ ਕੋਲ ਨੰਬਰ ਆਉਂਦਾ ਹੈ ਉਸ ਨੂੰ ਅਸੀਂ ਈਰੈਸ਼ਨਲ ਨੰਬਰ ਹੀ ਆਖਦੇ ਹਾਂ। ਸੋ ਇਹ ਸਾਡੇ ਕੋਲ ਫਸਟ ਕੁਐਸਚਨ ਦਾ ਜੋ ਆਨਸਰ ਸੀਗੀ ਸੈਕੰਡ ਆਪਸ਼ਨ 3 ਸਕੇਅਰ ਰੂਟ 8। ਇਸ ਕੁਇਜ਼ ਦਾ ਸੈਕੰਡ ਕੁਐਸਚਨ ਹੈ, ਹੇਠ ਦਿੱਤੀ ਦੋ ਘਾਤੀ ਬਹੁਪਦ ਦੇ ਸਿਫਰ ਦਾ ਜ਼ੀਰੋਜ਼ ਆਫ ਦਾ ਫੋਲੋਇੰਗ ਪੋਲੀਨੋਮੀਅਲ। ਇੱਕ ਸਾਨੂੰ ਪੋਲੀਨੋਮੀਅਲ ਦਿੱਤਾ ਹੋਇਆ ਹੈ 3x² + 15x + 12, ਅਤੇ ਅਸੀਂ ਫਾਈਂਡ ਕਰਨਾ ਹੈ ਕਿ ਇਸ ਦੇ ਜੋ ਸਿਫਰਸ ਹਨ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ। ਬੋਥ ਆਰ ਪੋਜ਼ੀਟਿਵ ਹੋਣਗੀਆਂ, ਬੋਥ ਆਰ ਨੈਗੇਟਿਵ ਹੋਣਗੀਆਂ, 1 ਪੋਜ਼ੀਟਿਵ ਅਤੇ 1 ਨੈਗੇਟਿਵ, ਅਤੇ ਇਕੁਅਲ ਇਨ ਮੈਗਨੀਚਿਊਡ ਬਟ ਆਪੋਜ਼ਿਟ ਇਨ ਸਾਈਨਸ ਹੋਣਗੀਆਂ। ਸੋ ਇਸ ਦੇ ਵਿੱਚ ਸਾਡੇ ਕੋਲ ਜੋ ਸੈਕੰਡ ਆਪਸ਼ਨ ਹੈ ਉਹ ਸਹੀ ਹੈ। ਹੁਣ ਕਿਸ ਤਰ੍ਹਾਂ ਪਤਾ ਕੀਤੀ ਹੈ? ਇਸ ਦੇ ਲਈ ਸਾਡੇ ਕੋਲ 2 ਤਰੀਕੇ ਹਨ। ਇੱਕ ਤਾਂ ਹੈ ਕਿ ਤੁਸੀਂ ਇਸ ਨੂੰ ਜੋ ਬਹੁਪਦ ਹੈ ਇਸ ਦੀਆਂ ਸਿਫਰਸ ਫਾਈਂਡ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੋ ਦੋਨੋਂ ਹੀ ਸਿਫਰਾਂ ਹਨ ਉਹ ਨੈਗੇਟਿਵ ਹਨ, ਯਾਨੀ ਕਿ ਰਿਣਾਤਮਕ ਹਨ। ਪਰ ਜੇਕਰ ਤੁਸੀਂ ਇਸ ਨੂੰ ਆਪਣੇ ਤਰੀਕੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇੱਥੇ ਜੋ ਸਾਡੇ ਕੋਲ ਕੌਂਸਟੈਂਟ ਟਰਮ ਹੈ ਇਹ ਸਾਡੇ ਕੋਲ ਪਲੱਸ ਦੀ ਹੈ, ਅਤੇ ਜੋ ਫਸਟ ਕੋਐਫੀਸ਼ੀਐਂਟ ਹੈ ਉਹ ਵੀ ਸਾਡੇ ਕੋਲ ਪਲੱਸ ਦਾ ਹੈ। ਤਾਂ ਇਸ ਦਾ ਮਤਲਬ ਸਾਡੇ ਕੋਲ 36 ਹੈ, ਜਿਸ ਦੇ ਕਿ ਅਸੀਂ ਫੈਕਟਰਸ ਬਣਾਉਣੇ ਹਨ, ਅਤੇ ਅਸੀਂ ਮਿਡਲ ਟਰਮ ਨੂੰ ਸਪਲਿਟ ਕਰਨਾ ਹੁੰਦਾ ਹੈ ਜਦੋਂ ਅਸੀਂ ਇਸ ਦੇ ਫੈਕਟਰਸ ਬਣਾਉਂਦੇ ਹਾਂ। ਹੁਣ ਕਿਉਂਕਿ ਜੋ ਮਿਡਲ ਟਰਮ ਹੈ ਉਹ ਵੀ ਪਲੱਸ ਦੀ ਹੈ, ਤਾਂ ਇਸ ਦੇ ਜੋ ਫੈਕਟਰਸ ਬਣਨਗੇ ਉਹ ਇਸ ਤਰ੍ਹਾਂ ਦੇ ਬਣਨਗੇ x + α x + β। ਕਿਉਂਕਿ ਸਾਡੇ ਕੋਲ ਜੋ ਦੋ ਅਸੀਂ ਨੰਬਰਸ ਲਵਾਂਗੇ ਦੋਨੋਂ ਹੀ ਉਹ ਪੋਜ਼ੀਟਿਵ ਦੇ ਲਵਾਂਗੇ, ਇਸ ਲਈ ਸਾਡੇ ਕੋਲ ਪਲੱਸ ਦੇ 15 ਬਣਨਗੇ। ਸੋ ਇਸ ਨੂੰ ਜਦੋਂ ਅਸੀਂ ਅੱਗੇ ਸੋਲਵ ਕਰਾਂਗੇ ਤਾਂ ਜਦੋਂ ਅਸੀਂ x ਦੀ ਵੈਲਿਊ ਫਾਈਂਡ ਕਰਾਂਗੇ ਤਾਂ ਇੱਥੇ ਜੋ ਫਸਟ ਫੈਕਟਰ ਹੈ ਇਸ ਦੀ ਵੈਲਿਊ ਆ ਜਾਵੇਗੀ -α, ਅਤੇ ਦੂਜੇ ਦੀ ਆ ਜਾਵੇਗੀ -β। ਤਾਂ ਇੱਥੋਂ ਸਾਨੂੰ ਇੱਕ ਇੰਡਾਇਰੈਕਟ ਵੇ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਜੋ ਇਸ ਤਰ੍ਹਾਂ ਦਾ ਬਹੁਪਦ ਹੋਵੇਗਾ ਉਸ ਦੀਆਂ ਜੋ ਦੋਨੋਂ ਹੀ ਸਿਫਰਾਂ ਹੋਣਗੀਆਂ ਉਹ ਰਿਣਾਤਮਕ ਹੋਣਗੀਆਂ। ਸੋ ਇਸ ਤੋਂ ਅੱਗੇ ਸਾਡੇ ਕੋਲ ਨੈਕਸਟ ਕੁਐਸਚਨ ਹੈ, ਜੇਕਰ P, Q ਅਤੇ R ਅੰਕ ਗਣਿਤਿਕ ਲੜੀ ਦੇ 3 ਲਗਾਤਾਰ ਪਦ ਹਨ ਤਾਂ Q P ਅਤੇ R ਦਾ ਡੈਸ਼ ਹੋਵੇਗਾ। ਇਹ ਬੱਚੇ ਇੱਕ ਯਾਦ ਕਰਨ ਵਾਲਾ ਹੀ ਕੁਐਸਚਨ ਹੈ। ਇਸ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿ ਜਦੋਂ ਵੀ ਤਿੰਨੋਂ ਹੀ ਟਰਮਸ ਲਗਾਤਾਰ ਹੋਣ ਤਾਂ ਜੋ ਸੈਂਟਰ ਵਾਲੀ ਟਰਮ ਹੁੰਦੀ ਹੈ ਉਹ ਫਸਟ ਔਰ ਥਰਡ ਟਰਮ ਦਾ ਮੱਧਮਾਨ ਹੁੰਦੀ ਹੈ, ਜੋ ਕਿ ਇਸ ਦਾ ਸਹੀ ਆਨਸਰ ਹੈ ਫਸਟ ਆਪਸ਼ਨ ਮੱਧਮਾਨ। ਫੋਰਥ ਕੁਐਸਚਨ ਹੈ, ਜੇਕਰ ਹੇਠ ਦਿੱਤੀਆਂ ਸਮੀਕਰਨ ਪ੍ਰਣਾਲੀ ਦੇ ਅਨੰਤ ਹੱਲ ਹੋਣ ਤਾਂ K ਦਾ ਮੁੱਲ ਹੋਵੇਗਾ। ਇਫ ਦਾ ਫੋਲੋਇੰਗ ਸਿਸਟਮ ਇਕੁਏਸ਼ਨਸ ਹੈਵ ਇਨਫਾਈਨਾਈਟਲੀ ਮੈਨੀ ਸੋਲਿਊਸ਼ਨ ਦੈਨ ਦਾ ਵੈਲਿਊ ਆਫ K ਵਿਲ ਬੀ। ਹੁਣ ਬੱਚਿਓ ਸਾਡੇ ਕੋਲ ਇੱਥੇ ਦੋ ਸਾਡੇ ਕੋਲ ਇਕੁਏਸ਼ਨ ਦਿੱਤੀਆਂ ਹੋਈਆਂ ਹਨ। ਸੋ ਪਹਿਲੀ ਜੋ ਇਕੁਏਸ਼ਨ ਹੈ ਉਹ ਹੈ ਸਾਡੇ ਕੋਲ 2x + 3y
इज़ इक्वल टू 5 तो दूजी है साढ़े कोल 4x प्लस के वाई इज़ इक्वल टू 10 तो सानू पता है कि समीकरण प्रणाली के अनंत हल उदों होंदे हैं जदों a1 अपॉन a2 इज़ इक्वल टू होवे b1 अपॉन b2 इज़ इक्वल टू होवे c1 अपॉन c2 ਜਦੋਂ ਇਕੁਅਲ ਹੁੰਦੀਆਂ ਹਨ ਤਾਂ ਇਹਨਾਂ ਦੇ ਜੋ ਮੁੱਲ ਹੁੰਦੇ ਹਨ ਉਹ ਅਨੰਤ ਹੋ ਜਾਂਦੇ ਹਨ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ a1 upon a2 ਕਰਦੇ ਹਾਂ ਤਾਂ ਇਹ ਹੈਗਾ 2 upon 4, ਸੋ b1 upon b2 ਕਰਦੇ ਹਾਂ 3 upon k ਔਰ c1 upon c2 ਹੈ ਸਾਡੇ ਕੋਲ 5 upon 10। ਤਾਂ ਇੱਥੇ ਤੁਸੀਂ ਸ਼ਾਰਟਲੀ ਦੇਖ ਸਕਦੇ ਹੋ ਕਿ ਇੱਥੇ 2 ਦਾ ਦੁੱਗਣਾ 4 ਹੋ ਰਿਹਾ ਹੈ, ਇੱਥੇ 5 ਦਾ ਦੁੱਗਣਾ 10 ਹੋ ਰਿਹਾ, ਤਾਂ ਇਟ ਮੀਨਸ ਇੱਥੇ ਵੀ 3 ਦਾ ਦੁੱਗਣਾ 6 ਹੋ ਜਾਵੇਗਾ। ਤਾਂ ਇਸ ਤਰ੍ਹਾਂ ਇਹ ਤਿੰਨੋਂ ਹੀ ਜਿਹੜੇ ਉਹ ਬਰਾਬਰ ਹੋ ਜਾਣਗੇ। ਸੋ ਇੱਥੇ ਸਾਡੇ ਕੋਲ ਇਸ ਲਈ ਇਸ ਜੋ ਕੁਐਸਚਨ ਹੈ 4th ਉਸ ਦੀ ਸਾਡੇ ਕੋਲ ਆਪਸ਼ਨ ਨੰਬਰ 4 ਹੈ ਜਿਹੜਾ x ਇਜ਼ ਇਕੁਅਲ ਟੂ 6 ਇਜ਼ ਦਾ ਰਾਈਟ ਆਨਸਰ ਹੈ। ਹੁਣ ਸਾਡੇ ਕੋਲ 5th ਕੁਐਸਚਨ ਹੈ ਇੱਕ ਟੈਕਸੀ ਦਾ ਕਿਰਾਇਆ ਪਹਿਲੇ 1 ਕਿਲੋਮੀਟਰ ਲਈ 30 ਰੁਪਏ ਹੈ ਅਤੇ ਉਸ ਤੋਂ ਬਾਅਦ ਹਰੇਕ 1 ਕਿਲੋਮੀਟਰ ਲਈ 12 ਰੁਪਏ ਹੈ। 50 ਕਿਲੋਮੀਟਰ ਦਾ ਸਫ਼ਰ ਕਰਨ ਲਈ ਟੈਕਸੀ ਦਾ ਕਿਰਾਇਆ ਪਤਾ ਕਰੋ। ਅਸੀਂ ਫਾਈਂਡ ਕਰਨਾ ਫੇਅਰ ਆਫ ਦਾ ਟੈਕਸੀ ਕੋਸਟ ₹30 ਫॉर द फर्स्ट किलोमीटर एंड इंक्रीजेज बाय 12 फॉर ईच एडिशनल किलोमीटर वट विल बी द चार्ज आफ्टर ट्रैवलिंग ऑफ 50 किलोमीटर। ਹੁਣ ਇੱਥੇ ਬੇਟਾ ਇੱਕ AP ਬਣ ਜਾਂਦੀ ਹੈ ਸਾਡੇ ਕੋਲ, ਇਹ ਜੋ ਕੁਐਸਚਨ ਹੈਗਾ ਉਹ AP ਦਾ ਹੋ ਜਾਏਗਾ ਜਿਸ ਦੇ ਵਿੱਚ ਕਿ ਫਸਟ ਜੋ ਟਰਮ ਹੈ ਉਹ ਸਾਡੇ ਕੋਲ 30 ਆ ਜਾਵੇਗੀ। ਹੁਣ ਉਸ ਤੋਂ ਬਾਅਦ ਸਾਡੇ ਕੋਲ ਹਰੇਕ ਕਿਲੋਮੀਟਰ ਤੋਂ ਬਾਅਦ 12 ਰੁਪਏ ਐਡ ਹੁੰਦੇ ਜਾਣੇ ਹਨ ਜੋ ਕਿ ਕਾਮਨ ਡਿਫਰੈਂਸ ਹੈ। ਤੋਂ ਅਗਰ ਉਹ 2 ਕਿਲੋਮੀਟਰ ਚੱਲਦਾ ਹੈ ਤਾਂ ਫਸਟ ਕਿਲੋਮੀਟਰ ਦੇ 30 ਰੁਪੀਜ਼, ਸੈਕੰਡ ਕਿਲੋਮੀਟਰ ਦੇ ਹੋਰ ਐਡ ਹੋ ਜਾਣਗੇ 12 ਰੁਪਏ, ਤਾਂ ਸਾਡੇ ਕੋਲ ਹੋ ਜਾਏਗਾ 42। ਅਗਰ ਉਹ ਫਿਰ 1 ਕਿਲੋਮੀਟਰ ਚੱਲਦਾ ਹੈ ਅੱਗੇ ਤਾਂ ਫਿਰ ਉਸ ਦੇ ਵਿੱਚ 12 ਰੁਪਏ ਐਡ ਹੋ ਜਾਣਗੇ ਤਾਂ ਬਣ ਜਾਣਗੇ 54। ਤਾਂ ਇਸ ਤਰ੍ਹਾਂ ਸਾਡੇ ਕੋਲ ਇਹ ਇੱਕ AP ਬਣਦੀ ਜਾਏਗੀ ਜਿਸ ਦਾ ਕਿ ਅਸੀਂ 50ਵਾਂ ਪਦ ਪਤਾ ਕਰਨਾ ਹੈ ਕਿਉਂਕਿ ਉਸਨੇ 50 ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਤਾਂ ਜਦੋਂ 50 ਕਿਲੋਮੀਟਰ ਦੇ ਉੱਪਰ ਜਿੰਨਾ ਵੀ ਸਾਡੇ ਕੋਲ ਜੋ ਨੰਬਰ ਆਏਗਾ, ਜੇ ਉਹ ਟਰਮ ਆਏਗੀ, ਉਹ ਇਸ ਕੁਐਸਚਨ ਦਾ ਆਨਸਰ ਹੋਵੇਗਾ। ਇੰਟਰੈਕਟਲੀ ਵੇ ਦੇ ਨਾਲ ਤੁਹਾਡੇ ਤੋਂ A50 ਉਹਨਾਂ ਨੇ ਫਾਈਂਡ ਕਰਨ ਨੂੰ ਕਿਹਾ ਹੈ ਜੋ ਕਿ ਤੁਹਾਡਾ ਸਿਰਫ ਮਾਈਂਡ ਚੈੱਕ ਕੀਤਾ ਹੈ ਕਿ ਤੁਸੀਂ ਕਿਆ ਇਸ ਫਾਰਮੂਲੇ ਨੂੰ ਅਪਲਾਈ ਕਰ ਪਾਉਂਦੇ ਹੋ ਜਾਂ ਨਹੀਂ। ਤਾਂ ਸਾਨੂੰ AN ਦਾ ਫਾਰਮੂਲਾ ਪਤਾ ਹੀ ਹੈ। AN ਸਾਡੇ ਕੋਲ ਇਜ਼ ਇਕੁਅਲ ਟੂ ਹੁੰਦਾ ਹੈ A ਪਲੱਸ N ਮਾਈਨਸ 1 ਇੰਟੂ T। ਸੋ ਇੱਥੇ ਤੁਸੀਂ ਇਸ ਫਾਰਮੂਲੇ ਦਾ ਪ੍ਰਯੋਗ ਕਰਕੇ A50 ਫਾਈਂਡ ਕਰਨੀ ਹੈ। ਇੱਥੇ A ਦੀ ਵੈਲਿਊ ਜਿਹੜੀ ਤੁਹਾਡੇ ਕੋਲ 30 ਹੈ ਅਤੇ ਜੋ D ਹੈ ਸਾਡੇ ਕੋਲ ਉਹ 12 ਹੈ। ਤਾਂ ਇਸ ਨੂੰ ਇੱਥੇ ਵੈਲਿਊ ਨੂੰ ਪੁੱਟ ਕਰਨ ਤੋਂ ਬਾਅਦ ਤੁਹਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਆ ਜਾਏਗਾ 618 ਜੋ ਕਿ ਇਸ ਸਵਾਲ ਦੀ 3rd ਆਪਸ਼ਨ ਹੈ। 6th ਕੁਐਸਚਨ ਹੈ ਜੇਕਰ ਹੇਠ ਦਿੱਤੀ ਸਮੀਕਰਨ ਦੇ ਮੁੱਲ ਬਰਾਬਰ ਹੋਣ ਤਾਂ C ਦਾ ਮੁੱਲ ਪਤਾ ਕਰੋ। ਸਾਡੇ ਕੋਲ ਇੱਥੇ ਇੱਕ 2 ਘਾਤੀ ਸਮੀਕਰਨ ਹੈ ਕੁਆਡਰੇਟਿਕ ਇਕੁਏਸ਼ਨ ਜਿਸ ਦਾ ਗਿਵਨ ਹੈ ਸਾਡੇ ਕੋਲ ਕਿ ਦੋਨੋਂ ਹੀ ਮੁੱਲ ਜੇਕਰ ਬਰਾਬਰ ਹੋਣ। ਤਾਂ ਸਾਨੂੰ ਪਤਾ ਹੈ ਮੁੱਲ ਕਦੋਂ ਬਰਾਬਰ ਹੁੰਦੇ ਆ ਜਦੋਂ ਸਾਡਾ ਡਿਸਕ੍ਰਿਮੀਨੈਂਟ ਯਾਨੀ ਕਿ B² ਮਾਈਨਸ 4AC ਦਾ ਜੋ ਮੁੱਲ ਹੈ ਉਹ ਇਜ਼ ਇਕੁਅਲ ਟੂ 0 ਹੋ ਜਾਵੇ। ਇੱਥੇ ਸਾਡੇ ਕੋਲ ਜੋ A ਹੈ ਉਹ ਸਾਡੇ ਕੋਲ 3 ਹੈ, B ਸਾਡੇ ਕੋਲ -4 ਹੈ ਅਤੇ C ਦੀ ਵੈਲਿਊ C ਹੀ ਹੈ। ਅਸੀਂ ਇਹਨਾਂ ਨੂੰ ਇਸ ਵਿੱਚ ਪੁੱਟ ਕਰਾਂਗੇ, ਪੁੱਟ ਕਰਨ ਤੋਂ ਬਾਅਦ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਸਾਡੇ ਕੋਲ ਜੋ C ਦੀ ਵੈਲਿਊ ਹੈ ਉਹ ਸੈਕੰਡ ਆਪਸ਼ਨ ਇਸ ਦੀ ਜੋ ਸਹੀ ਹੈ ਸਾਡੇ ਕੋਲ 4/3 ਆਨਸਰ ਆ ਜਾਵੇਗਾ। 7 ਸਾਡੇ ਕੋਲ ਕੁਐਸਚਨ ਹੈ ਜੇਕਰ ਇੱਕ AP ਦਾ nਵਾਂ ਪਦ 6n-4 ਹੈ ਤਾਂ ਇਸ ਦਾ ਸਾਂਝਾ ਅੰਤਰ ਹੈ। ਹੁਣ ਸਾਡੇ ਕੋਲ ਇੱਥੇ AP ਦਾ nth ਟਰਮ ਦਿੱਤੀ ਹੋਈ ਹੈ 6n-4। ਤਾਂ ਹੁਣ ਅਸੀਂ ਇੱਥੇ ਕੀ ਕਰਾਂਗੇ, ਇੱਥੇ n ਦੀ ਵੈਲਿਊ ਫਾਈਂਡ ਕਰਕੇ ਪਹਿਲੇ ਅਸੀਂ ਫਸਟ ਟਰਮ A1 ਫਾਈਂਡ ਕਰ ਲਾਂਗੇ। ਇੱਥੇ ਅਸੀਂ ਕੀ ਕਰਾਂਗੇ 6 ਇੰਟੂ ਜੋ n ਹੈ n ਦੀ ਥਾਂ 'ਤੇ ਅਸੀਂ 1 ਪੁੱਟ ਕਰ ਦਾਂਗੇ -4। ਤਾਂ ਇੱਥੇ 6 ਬਣਦਾ 6 ਵਿੱਚੋਂ 4 ਮਾਈਨਸ ਕਰਨ ਤੋਂ ਬਾਅਦ ਸਾਡੇ ਕੋਲ ਆ ਜਾਵੇਗਾ ਇਹ 2 ਆ ਜਾਵੇਗਾ। ਹੁਣ ਸੈਕੰਡ ਟਰਮ ਦੇ ਲਈ ਇੱਥੇ ਜਦੋਂ ਅਸੀਂ ਸੈਕੰਡ ਟਰਮ ਫਾਈਂਡ ਕਰਾਂਗੇ ਤਾਂ ਇੱਥੇ 2 ਕਰ ਦਾਂਗੇ ਤਾਂ 6 2 ਦਾ 12 ਵਿੱਚੋਂ 4 ਮਾਈਨਸ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 8। ਉਸ ਤੋਂ ਅੱਗੇ ਅਸੀਂ
3 ਭਰ ਲਾਂਗੇ ਥਰਡ ਟਰਮ ਦੇ ਲਈ 6 3 ਦਾ 18 18 ਵਿੱਚੋਂ 4 ਮਾਈਨਸ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 14 ਐਂਡ ਸੋ ਔਨ ਅੱਗੇ ਤੋਂ ਅੱਗੇ ਅਸੀਂ ਇਹਦੀਆਂ ਵੈਲਿਊਜ਼ ਪਤਾ ਕਰਦੇ ਜਾਵਾਂਗੇ। ਤਾਂ ਇਹ ਸਾਡੇ ਕੋਲ ਇੱਕ AP ਹੈ ਜੋ ਕਿ ਸਾਨੂੰ ਗਿਵ ਨਹੀਂ ਹੈ। ਹੁਣ ਅਸੀਂ ਇਹਦਾ ਸਾਂਝਾ ਉੱਤਰ ਪਤਾ ਕਰਨਾ ਸੀ ਤਾਂ ਅਸੀਂ 8 ਦੇ ਵਿੱਚੋਂ 2 ਮਾਈਨਸ ਕਰਾਂਗੇ ਸਾਡੇ ਕੋਲ 6 ਆ ਜਾਵੇਗਾ ਜੋ ਕਿ ਇਸ ਕੁਐਸਚਨ ਦੀ ਸੈਕੰਡ ਆਪਸ਼ਨ ਹੈ ਜੋ ਕਿ ਇਸਦਾ ਆਨਸਰ ਹੈ। ਹੁਣ ਸਾਡੇ ਕੋਲ ਅੱਗੇ 8th ਕੁਐਸਚਨ ਹੈ। ਦੋ ਸਾਡੇ ਕੋਲ ਟ੍ਰਾਇੰਗਲ ਦਿੱਤੀਆਂ ਹੋਈਆਂ ਹਨ, ਇੱਕ ਹੈ ABC ਦੂਜੀ ਹੈ PQR। ਹੁਣ ਇਹਦੇ ਵਿੱਚੋਂ ਥੱਲੇ ਅਸੀਂ ਇੱਕ ਆਪਸ਼ਨ ਦੇਖਣੀ ਸੀ ਕਿ ਕਿਹੜੀ ਇਹਨਾਂ ਦੇ ਲਈ ਸੂਟੇਬਲ ਹੈਗੀ ਆ, ਕਰੈਕਟ ਆਪਸ਼ਨ ਕੌਣ ਸੀ ਹੈ। ਤਾਂ ਇੱਥੇ ਸਾਡੇ ਕੋਲ ਥਰਡ ਆਪਸ਼ਨ ਸਾਡੇ ਕੋਲ ਕਰੈਕਟ ਹੈ। ਹੁਣ ਸਾਡੇ ਕੋਲ ਟ੍ਰਾਇੰਗਲ ਸੀਗੀ ABC, ਇਹ ਦੋਨੋਂ ਹੀ ਟ੍ਰਾਇੰਗਲ ਸਰਵੰਗ ਸਮ ਹਨ ਕਿਉਂਕਿ ਇਹਨਾਂ ਦੇ ਉੱਪਰ ਇੱਕ ਸਾਡੇ ਕੋਲ ਨਿਯਮ ਲੱਗਦਾ ਹੈ SAS, ਯਾਨੀ ਕਿ ਆਹ ਸਾਈਡ ਇਸ ਦੇ ਸਾਈਡ ਦੇ ਇਕੁਅਲ ਹੈ, ਐਂਗਲ ਦੇ ਇਕੁਅਲ ਹੈ ਅਤੇ ਆਹ ਸਾਈਡ ਇਸ ਸਾਈਡ ਦੇ ਇਕੁਅਲ ਹੈ। ਤਾਂ ਇਹ ਸਾਡੇ ਕੋਲ ਸਰਵੰਗ ਸਮ ਤਿਕੋਣਾ ਹਨ। ਅਤੇ ਜਦੋਂ ਵੀ ਦੋ ਟ੍ਰਾਇੰਗਲ ਸਰਵੰਗ ਸਮ ਹੁੰਦੀਆਂ ਤਾਂ ਉਹਨਾਂ ਦੇ ਕੋਣ ਜੋ ਕੋਰਸਪੋਂਡੈਂਸ ਸਾਈਡਸ ਐਂਡ ਕੋਰਸਪੋਂਡੈਂਸ ਐਂਗਲਸ ਇੱਕ ਦੂਜੇ ਦੇ ਇਕੁਅਲ ਹੁੰਦੇ ਆ। ਤਾਂ ਇੱਥੇ ਅਸੀਂ ਦੇਖਾਂਗੇ ਕਿ ਜਦੋਂ ਅਸੀਂ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖਾਂਗੇ ਤਾਂ ਜੋ A ਹੈ ਉਹ R ਦੇ ਬਰਾਬਰ ਆ ਜਾਵੇਗਾ, P ਹੈ ਜੋ Q ਦੇ, ਅਤੇ C ਹੈ ਜਿਹੜੀ ਉਹ P ਦੇ ਉੱਪਰ ਆ ਜਾਵੇਗਾ। ਤਾਂ ਇੱਥੇ ਥਰਡ ਆਪਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਥੇ A ਤੋਂ ਸਟਾਰਟ ਹੁੰਦਾ ਹੈ ਤਾਂ ਜੋ ਸਾਡੇ ਕੋਲ ਦੂਜਾ ਪਾਸਾ ਹੈ ਉੱਥੇ ਉਹ A ਦੇ ਇਕੁਅਲ ਟੂ R ਤੋਂ ਸ਼ੁਰੂ ਹੋ ਰਿਹਾ ਹੈ। ਅਤੇ ਸੈਕੰਡ ਇੱਥੇ ਸਾਡੇ ਕੋਲ B ਆਇਆ ਹੈ ਤਾਂ B ਤੇ ਦੂਜੇ ਪਾਸੇ ਸਾਡੇ ਕੋਲ Q ਆਉਣਾ ਚਾਹੀਦਾ ਸੀ, ਅਤੇ ਥਰਡ C ਦੇ ਇਕੁਅਲ ਟੂ P ਹੋ ਗਿਆ। ਤਾਂ ਇਸ ਤਰ੍ਹਾਂ ਸਾਡੇ ਕੋਲ ਜੋ ਸਾਡੀ ਥਰਡ ਆਪਸ਼ਨ ਸੀ ਉਹ ਇਸ ਦਾ ਸਹੀ ਆਨਸਰ ਹੈ। ਸਾਡੇ ਕੋਲ 9th ਕੁਐਸਚਨ ਹੈ ਕਿ 100 ਸੰਖਿਆਵਾਂ ਦਾ ਮੱਧਮਾਨ 50 ਲੱਭਿਆ ਗਿਆ ਹੈ, ਪਰ ਬਾਅਦ ਵੀ ਦੇਖਿਆ ਗਿਆ ਕਿ ਇੱਕ ਸੰਖਿਆ 150 ਨੂੰ ਗਲਤੀ ਨਾਲ 50 ਦੇ ਤੌਰ 'ਤੇ ਲਿਖ ਲਿਆ ਗਿਆ, ਸਹੀ ਮੱਧਮਾਨ ਹੈ। ਸੋ ਕੁਐਸਚਨ ਸੀਗਾ ਮੀਨ ਆਫ 100 ਟਰਮਸ ਵਾਜ਼ ਫਾਊਂਡ ਟੂ ਬੀ 50 ਬਟ ਲੇਟਰ ਔਨ ਇਟ ਵਾਜ਼ observed that one of the number 150 was wrongly taken as 50। ਇੱਥੇ ਕੀ ਗਲਤੀ ਹੋ ਗਈ ਕਿ ਜੋ 150 ਸੀ ਉਸਨੂੰ 50 ਲਿਖ ਲਿਆ ਗਿਆ, ਇਸ ਤੋਂ ਮੀਨ 100 ਘੱਟ ਐਡ ਹੋਏ। ਪਹਿਲਾਂ ਤਾਂ ਅਸੀਂ ਇੱਥੇ ਇਹ ਸਮਝ ਲਈਏ ਕਿ ਸਾਡੇ ਕੋਲ ਜੋ 100 ਸੰਖਿਆਵਾਂ ਮੱਧਮਾਨ 50 ਹੈ, ਮਤਲਬ ਕਿ ਹਰੇਕ ਸੰਖਿਆ 50 ਹੈ। ਤਾਂ ਇੱਥੇ ਸਾਡੇ ਕੋਲ ਅਗਰ ਇਹਨਾਂ ਨੂੰ ਅਸੀਂ ਸਮ ਫਾਈਂਡ ਕਰਨਾ ਹੋਵੇ ਤਾਂ ਸਾਡੇ ਕੋਲ ਇੱਥੇ ਜੋ ਸਮ ਹੈ ਉਹ 5000 ਹੋਵੇਗਾ ਕਿਉਂਕਿ 100 ਸਾਡੇ ਕੋਲ ਸੰਖਿਆਵਾਂ ਹੈ ਅਤੇ ਹਰੇਕ ਸੰਖਿਆ 50 ਦੇ ਇਕੁਅਲ ਹੈ। ਮੱਧਮਾਨ ਦਾ ਮਤਲਬ ਇਹੀ ਹੁੰਦਾ ਹੈ। ਤਾਂ ਇੱਥੇ ਸਾਡੇ ਕੋਲ 5000 ਹੈ ਜਿਹੜਾ ਉਸ ਦਾ ਸਮ ਆ ਜਾਵੇਗਾ, ਜੋੜ ਆ ਜਾਵੇਗਾ ਇਹਨਾਂ 100 ਸੰਖਿਆਵਾਂ ਦਾ। ਪਰ ਕਿਉਂਕਿ ਬਾਅਦ 'ਚ ਪਤਾ ਲੱਗਿਆ ਕਿ 150 ਨੂੰ 50 ਲਿਖ ਲਿਆ ਗਿਆ ਤਾਂ ਇਸ ਦਾ ਮਤਲਬ 100 ਸਾਡੇ ਕੋਲੋਂ ਘੱਟ ਲਿਖਿਆ ਗਿਆ। ਤਾਂ ਅਸਲ ਵਿੱਚ ਇਹਦਾ ਜੋੜ ਕਿੰਨਾ ਹੋਣਾ ਚਾਹੀਦਾ ਸੀਗਾ 5100, ਇਹ ਸਮ ਹੋਣਾ ਸੀਗਾ। ਸੋ ਹੁਣ ਸਾਨੂੰ ਪਤਾ ਲੱਗ ਗਿਆ ਕਿ ਜੋ ਸਹੀ ਸਮ ਹੈ ਉਹ 5100 ਹੈ ਅਤੇ ਇਹਨੂੰ ਡਿਵਾਈਡ ਕਰਨਾ ਸੀਗਾ। ਟੋਟਲ ਸਾਡੇ ਕੋਲ ਨੰਬਰਸ ਹਨ 100, ਤਾਂ 100 ਦੇ ਨਾਲ ਜਦੋਂ ਕੱਟ ਗਿਆ ਤਾਂ ਸਾਡੇ ਕੋਲ ਇਹ ਆ 51 ਜਿਹੜਾ ਇਸ ਦਾ ਆਨਸਰ ਆ ਗਿਆ। ਲਾਸਟ ਸਾਡਾ ਕੁਐਸਚਨ ਸੀਗਾ ਕਿ ਇੱਕ ਪਾਸਾ ਇੱਕ ਵਾਰੀ ਸੁੱਟਿਆ ਗਿਆ, ਇੱਕ ਭਾਜ ਸੰਖਿਆ ਪ੍ਰਾਪਤੀ ਦੀ ਸੰਭਾਵਨਾ ਹੈ। A dice is thrown once, the probability of getting a prime number is। ਸਾਨੂੰ ਪਤਾ ਹੈ ਕਿ ਜੋ ਸਾਡਾ ਪਾਸਾ ਹੁੰਦਾ ਉਸ ਦੇ ਉੱਪਰ ਸਾਡੇ ਕੋਲ 6 ਨੰਬਰ ਹੁੰਦੇ ਹਨ 1 1 2 3 4 5 6। ਹੁਣ ਇਹਨਾਂ ਦੇ ਵਿੱਚੋਂ ਪ੍ਰਾਈਮ ਨੰਬਰ ਕਿਹੜਾ ਹੈ 2 ਹੈ 3 ਹੈ 5 ਹੈ। ਸੋ ਸੰਭਾਵਨਾ ਇਕੁਅਲ ਟੂ ਹੁੰਦੀ ਹੈ ਫੇਵਰੇਬਲ ਆਊਟਕਮ ਅਪੋਨ ਟੋਟਲ ਆਊਟਕਮ, ਮੀਨਸ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ। ਇੱਥੇ ਹੁਣ ਅਨੁਕੂਲ ਪਰਿਣਾਮ ਸਾਡੇ ਕੋਲ 3 ਆਏ ਹਨ ਅਤੇ ਕੁੱਲ ਪਰਿਣਾਮ ਸਾਡੇ ਕੋਲ 6 ਸਨ ਜੋ ਕਿ ਕਟਿੰਗ ਤੋਂ ਬਾਅਦ 1/2 ਆ ਜਾਵੇਗਾ। ਸੋ ਇਸ ਦਾ ਜੋ ਆਨਸਰ ਸੀਗਾ ਉਹ ਸਾਡੇ ਕੋਲ ਫਸਟ ਆਪਸ਼ਨ ਆਈ ਆ 1/2। ਸੋ ਥੈਂਕ ਯੂ ਫॉर ਵਾਚਿੰਗ।